Good morning, students. Now we will start our next chapter, chapter number 13, ਜਿਹਦਾ ਨਾਮ ਹੈ ਮੈਜ਼ਰਸ ਟੂ ਕਰੈਕਟ ਐਕਸੈਸ ਐਂਡ ਡੈਫੀਸ਼ੀਐਂਟ ਡਿਮਾਂਡ। ਅੱਜ ਆਪਾਂ ਉਹਦਾ ਪਹਿਲਾ ਟੌਪਿਕ ਕਰਨ ਲੱਗੇ ਹਾਂ। ਸੋ ਦੇਖੋ, ਫॉर द ਪੰਜਾਬੀ ਮੀਡੀਅਮ ਸਟੂਡੈਂਟਸ ਇਹਦਾ ਨਾਮ ਕੀ ਹੈ? ਵਾਧੂ ਮੰਗ ਅਤੇ ਅਪੂਰਨ ਮੰਗ ਸੁਧਾਰਨ ਦੇ ਮਾਪ। ਜਿੱਦਾਂ ਕਿ ਚੈਪਟਰ ਦੇ ਨਾਮ ਤੋਂ ਹੀ ਕਲੀਅਰ ਆ ਕਿ ਆਪਾਂ 12th ਚੈਪਟਰ ਰੀਸੈਂਟਲੀ ਕੀ ਹੈ ਕੰਪਲੀਟ ਕੀਤਾ। ਉਹਦੇ ਵਿੱਚ ਆਪਾਂ ਪੜ੍ਹਿਆ ਕਿ ਐਕਸੈਸ ਡਿਮਾਂਡ ਕੀ ਹੁੰਦੀ ਹੈ ਤੇ ਡੈਫੀਸ਼ੀਐਂਟ ਡਿਮਾਂਡ ਕੀ ਹੁੰਦੀ ਹੈ। ਠੀਕ ਹੈ, ਤਾਂ ਦੇਖੋ ਕਹਿੰਦੇ ਹੁਣ ਆਪਾਂ ਚੈਪਟਰ ਦੇ ਵਿੱਚ ਇਹ ਪੜ੍ਹ ਚੁੱਕੇ ਹਾਂ ਕਿ ਐਕਸੈਸ ਡਿਮਾਂਡ ਦੇ ਨਾਲ ਇਨਫਲੇਸ਼ਨ ਆ ਜਾਂਦੀ ਹੈ ਆਪਣੀ ਇਕੋਨਮੀ ਦੇ ਵਿੱਚ, ਡੈਫੀਸ਼ੀਐਂਟ ਡਿਮਾਂਡ ਆਉਣ ਦੇ ਨਾਲ ਆਪਣੀ ਇਕੋਨਮੀ ਦੇ ਵਿੱਚ ਅਨਇੰਪਲੋਇਮੈਂਟ ਆ ਜਾਂਦੀ ਹੈ, ਇਹਦੇ ਨਾਲ ਰਿਸੈਸ਼ਨ 'ਚ ਚਲੀ ਜਾਂਦੀ ਹੈ ਇਕੋਨਮੀ। ਐਟ ਦਾ ਲਾਸਟ ਇਹੀ ਰਿਜ਼ਲਟ ਨਿਕਲਦਾ ਵੀ ਐਕਸੈਸ ਡਿਮਾਂਡ ਔਰ ਡੈਫੀਸ਼ੀਐਂਟ ਡਿਮਾਂਡ ਆਉਣ ਕਰਕੇ ਆਪਣੀ ਇਕੋਨਮੀ ਦੇ ਉੱਪਰ ਕੀ ਹੈ ਨੈਗੇਟਿਵ ਇੰਪੈਕਟ ਪੈਂਦੇ ਆ। ਸੋ ਇਹਨਾਂ ਦੋਨਾਂ ਨੂੰ ਵਾਧੂ ਮੰਗ ਅਤੇ ਅਪੂਰਨ ਮੰਗ ਨੂੰ ਸੁਧਾਰਨ ਦੇ ਕਿਹੜੇ ਮਾਪ ਆ ਉਹ ਇਸ ਲੈਸਨ ਦੇ ਵਿੱਚ ਸੁਜੈਸਟ ਕੀਤੇ ਹੋਏ ਆ ਕਿ ਬਾਈ ਚਾਂਸ ਜੇ ਆਪਣੀ ਇਕੋਨਮੀ ਦੇ ਵਿੱਚ ਐਕਸੈਸ ਡਿਮਾਂਡ ਐਂਡ ਡੈਫੀਸ਼ੀਐਂਟ ਡਿਮਾਂਡ ਦੀ ਪ੍ਰੋਬਲਮ ਆ ਜਾਂਦੀ ਆ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ, ਤਾਂ ਉਹਦਾ ਕੀ ਸੋਲਿਊਸ਼ਨ ਦੇਣੀ ਚਾਹੀਦੀ ਹੈ। ਠੀਕ ਹੈ, ਕਹਿੰਦੇ ਐਜ਼ ਵੀ know all situations of both deficient and excess demand are not good economically। ਠੀਕ ਹੈ, ਤਾਂ ਦੇਖੋ ਆਪਾਂ ਜਿੱਦਾਂ ਪੜ੍ਹ ਚੁੱਕੇ ਹਾਂ ਕਿ ਇਹ ਦੋਨੋਂ ਪ੍ਰੋਬਲਮਸ ਕੀ ਆ, ਐਕਸੈਸ ਡਿਮਾਂਡ ਔਰ ਡੈਫੀਸ਼ੀਐਂਟ ਡਿਮਾਂਡ ਕੀ ਆ, ਇਕਨੋਮਿਕਲੀ ਆਰਥਿਕ ਤੌਰ 'ਤੇ ਆਪਣੀ ਇਕੋਨਮੀ ਦੇ ਲਈ ਕੀ ਆ ਬਹੁਤ ਜ਼ਿਆਦਾ ਵਧੀਆ ਨਹੀਂ ਹੁੰਦੀਆਂ। ਹੈਂਸ ਐਫਰਟਸ ਸ਼ੁੱਡ ਬੀ ਅੰਡਰਟੇਕਨ। ਤਾਂ ਕਰਕੇ ਇਹਨਾਂ ਨੂੰ ਦੂਰ ਕਰਨ ਦੇ ਲਈ ਆਪਣੀ ਇਕੋਨਮੀ ਨੂੰ ਬੈਟਰ ਤਰੀਕੇ ਦੇ ਨਾਲ ਉਹਦੀ ਡਿਵੈਲਪਮੈਂਟ ਕਰਨ ਲਈ, ਉਹਨੂੰ ਚਲਾਉਣ ਦੇ ਲਈ ਇਸ ਪ੍ਰੋਬਲਮਸ ਨੂੰ ਕੀ ਆ ਇਹਦੇ ਸੋਲਿਊਸ਼ਨਸ ਕੱਢੇ ਗਏ। ਠੀਕ ਹੈ, ਤਾਂ ਉਹਦੇ ਸੋਲਿਊਸ਼ਨ ਦੇ ਲਈ ਕੀ ਆ ਦੋ ਪਾਲਿਸੀਜ਼ ਬਣਾਈਆਂ ਗਈਆਂ ਜਿਹੜੀਆਂ ਕਿ ਤੁਸੀਂ ਯਾਦ ਰੱਖਣੀਆਂ। ਠੀਕ ਹੈ, ਫਸਟ ਹੈਗੀ ਆ ਫਿਜ਼ੀਕਲ ਪਾਲਿਸੀ ਜਿਹਨੂੰ ਕੀ ਬੋਲਦੇ ਆ ਰਾਜਕੋਸ਼ੀ ਨੀਤੀ, ਇਹਨੂੰ ਬੋਲਦੇ ਆਪਾਂ ਫਿਜ਼ੀਕਲ ਪਾਲਿਸੀ। ਠੀਕ ਹੈ, ਅੱਗੇ ਕੀ ਆ ਮੋਨੀਟਰੀ ਪਾਲਿਸੀ ਜਿਹਨੂੰ ਕਿ ਪੰਜਾਬੀ ਵਿੱਚ ਬੋਲਦੇ ਆ ਮੌਦਰਿਕ ਨੀਤੀ। ਫਸਟ ਆਫ ਆਲ ਆਪਾਂ ਸਟਾਰਟ ਕਰਨਾ ਆ ਕਿ ਫਿਜ਼ੀਕਲ ਪਾਲਿਸੀ ਕੀ ਆ ਜਿਹਨੂੰ ਕਿ ਪੰਜਾਬੀ ਵਿੱਚ ਰਾਜਕੋਸ਼ੀ ਨੀਤੀ ਕਿਹਾ ਜਾਂਦਾ। ਸੋ ਇਹਦਾ ਮੀਨਿੰਗ ਕੀ ਆ? ਦਾ ਪਾਲਿਸੀ ਆਫ ਗਵਰਨਮੈਂਟ with regard to control and regulation of public revenue and public expenditure is called fiscal policy। ਤਾਂ ਦੇਖੋ ਕਹਿੰਦੇ ਜਿਹੜੀ ਪਾਲਿਸੀ ਆਪਾਂ ਨੂੰ ਪਤਾ ਵੀ ਇਹ ਬਹੁਤ ਵੱਡੇ ਲੈਵਲ ਦੀਆਂ ਜਿਹੜੀਆਂ ਪ੍ਰੋਬਲਮਸ ਆ ਜਿਹੜੀਆਂ ਆਪਾਂ ਪੜ੍ਹੀਆਂ ਡੈਫੀਸ਼ੀਐਂਟ ਡਿਮਾਂਡ ਐਂਡ ਐਕਸੈਸ ਡਿਮਾਂਡ, ਸੋ ਇਹਨਾਂ ਨੂੰ ਸੋਲਵ ਵੀ ਕੌਣ ਕਰੂਗੀ? ਗਵਰਨਮੈਂਟ ਕਰੂਗੀ। ਠੀਕ ਹੈ, ਤਾਂ ਫਸਟ ਪਾਲਿਸੀ ਹੈਗੀ ਹੈ ਫਿਜ਼ੀਕਲ ਪਾਲਿਸੀ। ਤਾਂ ਕਹਿੰਦੇ ਜਿਹੜੇ ਗਵਰਨਮੈਂਟ ਦੀ ਉਹ ਵਾਲੀ ਪਾਲਿਸੀ ਜਿਹੜੀ ਕੰਟਰੋਲ ਕਰਦੀ ਆ ਆਪਣੀ ਇਕੋਨਮੀ ਦੇ ਵਿੱਚ, ਕੰਟਰੋਲ ਤੇ ਰੈਗੂਲੇਟ ਕਰਦੀ ਹੈ ਕਿ ਇਹਨੂੰ ਜਨਤਕ ਜਿਹੜੀ ਆਮਦਨ ਆ ਤੇ ਜਨਤਕ ਖਰਚ, ਉਹਨੂੰ ਕੀ ਬੋਲਦੇ ਆ ਫਿਜ਼ੀਕਲ ਪਾਲਿਸੀ। ਤਾਂ ਆਪਾਂ ਕੀ ਕਹਿ ਸਕਦੇ ਹਾਂ ਕਿ ਫਿਜ਼ੀਕਲ ਪਾਲਿਸੀ ਕਿਹੜੀ ਪਾਲਿਸੀ ਹੁੰਦੀ ਹੈ? ਜਿਹੜੀ ਕਿ ਗਵਰਨਮੈਂਟ ਦੇ ਜਿਹੜੇ ਪਬਲਿਕ ਰੈਵਨਿਊ ਮਤਲਬ ਜੋ ਪਬਲਿਕ ਦੇ ਵਿੱਚੋਂ ਉਹ ਟੈਕਸ ਲਗਾ ਕੇ ਆਮਦਨ ਪ੍ਰਾਪਤ ਕਰਦੀ ਆ ਤੇ ਪਬਲਿਕ ਦੇ ਲਈ ਖਰਚ ਕਰਦੀ ਹੈ, ਜਿੱਦਾਂ ਰੋਡਸ ਬਣਾਤੇ ਜਾਂ ਹੋਰ ਡਿਵੈਲਪਮੈਂਟ ਦੇ ਜਿਹੜੇ ਉਹਨੇ ਕੰਮ ਕਰਤੇ। ਠੀਕ ਹੈ, ਤਾਂ ਉਹ ਵਾਲੀ ਪਾਲਿਸੀ ਜਿਹੜੀ ਪਬਲਿਕ ਰੈਵਨਿਊ, ਪਬਲਿਕ ਤੋਂ ਰੈਵਨਿਊ ਕਿੱਦਾਂ ਇਕੱਠਾ ਕਰਨਾ ਤੇ ਪਬਲਿਕ ਤੇ ਖਰਚ ਕਿੱਦਾਂ ਕਰਨਾ, ਠੀਕ ਹੈ, ਉਹਨਾਂ ਦੋਨਾਂ ਦੇ ਨਾਲ ਕੀ ਕਰਦੀ ਹੈ? ਉਹਨਾਂ ਦੋਨਾਂ ਨੂੰ ਕੰਟਰੋਲ ਕਰਦੀ ਹੈ ਤੇ ਉਹਨੂੰ ਰੈਗੂਲੇਟ ਕਰਦੀ ਹੈ। ਤਾਂ ਉਹ ਪਾਲਿਸੀ ਨੂੰ ਆਪਾਂ ਕੀ ਬੋਲਦੇ ਹਾਂ? ਫਿਜ਼ੀਕਲ ਪਾਲਿਸੀ। ਸੋ ਦੇਖੋ ਕਹਿੰਦੇ ਸਰਕਾਰ ਦੀ ਜਨਤਕ ਆਮਦਨ ਅਤੇ ਜਨਤਕ ਖਰਚਾਂ ਨੂੰ ਨਿਯੰਤਰਣ ਅਤੇ ਨਿਰਦੇਸ਼ਿਤ ਕਰਨ ਸੰਬੰਧੀ ਨੀਤੀ ਨੂੰ ਰਾਜਕੋਸ਼ੀ ਨੀਤੀ ਕਹਿੰਦੇ ਹਨ। ਠੀਕ ਹੈ, ਰਾਜਕੋਸ਼ੀ ਨੀਤੀ ਕੀ ਹੈ? ਕਹਿੰਦੇ ਜੋ ਸਰਕਾਰ ਦੇ ਮਤਲਬ ਜਨਤਕ ਆਮਦਨ ਜਿਹੜੀ ਲੋਕਾਂ ਤੋਂ ਆਮਦਨ ਜਦੋਂ ਪ੍ਰਾਪਤ ਹੁੰਦੀ ਹੈ, ਜਨਤਕ ਖਰਚ ਮਤਲਬ ਲੋਕਾਂ ਤੇ ਕੀਤੇ ਜਾਣ ਵਾਲੇ ਖਰਚਿਆਂ ਨੂੰ ਨਿਯੰਤਰਿਤ ਅਤੇ ਨਿਰਦੇਸ਼ਿਤ ਕਰਦੀ ਆ, ਉਹ ਵਾਲੀ ਨੀਤੀ ਨੂੰ ਕੀ ਬੋਲਦੇ ਆ? ਰਾਜਕੋਸ਼ੀ ਨੀਤੀ ਬੋਲਦੇ ਆ। ਕਲੀਅਰ? ਇਸ ਤੋਂ ਅੱਗੇ ਦੇਖੋ ਆਪਾਂ ਡਿਸਕਸ ਕਰਦੇ ਹਾਂ ਕਿ ਇੰਸਟਰੂਮੈਂਟਸ ਆਫ ਫਿਜ਼ੀਕਲ ਪਾਲਿਸੀ ਕੀ ਆ, ਰਾਜਕੋਸ਼ੀ ਨੀਤੀ ਦੇ ਔਜ਼ਾਰ ਕੀ ਆ। ਠੀਕ ਹੈ, ਇੰਸਟਰੂਮੈਂਟਸ ਦਾ ਮਤਲਬ ਕੀ ਆ ਕਿ ਆਪਾਂ ਪੜ੍ਹਿਆ ਕਿ ਫਿਜ਼ੀਕਲ ਪਾਲਿਸੀ ਦੇ ਵਿੱਚ ਸਰਕਾਰ ਦੇ ਜਿਹੜੇ ਰੈਵਨਿਊ ਤੇ ਐਕਸਪੈਂਡੀਚਰ ਆ ਉਹਨਾਂ ਨਾਲ ਡੀਲ ਕੀਤਾ ਜਾਂਦਾ। ਠੀਕ ਹੈ, ਤਾਂ ਆਪਾਂ ਦੇਖਾਂਗੇ ਕਿ ਸਰਕਾਰ ਨੂੰ ਰੈਵਨਿਊ ਕਿੱਥੋਂ ਆਉਂਦਾ। ਠੀਕ ਹੈ, ਤੇ ਸਰਕਾਰ ਦੇ ਖਰਚ ਕਿੱਥੇ ਹੁੰਦੇ ਆ। ਠੀਕ ਹੈ, ਤਾਂ ਦੇਖੋ ਉਹੀ ਇਹਦੇ ਕੀ ਬਣ ਜਾਣਗੇ? ਇੰਸਟਰੂਮੈਂਟਸ ਬਣ ਜਾਣਗੇ। ਫਸਟ ਕੀ ਆ? ਪਬਲਿਕ ਐਕਸਪੈਂਡੀਚਰ। ਫਿਜ਼ੀਕਲ ਪਾਲਿਸੀ ਦਾ ਫਸਟ ਇੰਸਟਰੂਮੈਂਟ, ਫਸਟ ਔਜ਼ਾਰ ਕੀ ਆ? ਪਬਲਿਕ ਐਕਸਪੈਂਡੀਚਰ, ਜਿਹਨੂੰ ਪੰਜਾਬੀ ਦੇ ਵਿੱਚ ਜਨਤਕ ਖਰਚਾ ਕਿਹਾ ਜਾਂਦਾ। ਠੀਕ ਹੈ, ਪਬਲਿਕ ਇਨਕਰਸ ਐਕਸਪੈਂਡੀਚਰਸ ਔਨ ਦਾ ਵੇਰੀਅਸ ਆਈਟਮਸ ਸਚ ਐਜ਼ ਦਾ ਸੋਸ਼ਲ ਐਕਟੀਵਿਟੀਜ਼
ਇਕਨੋਮਿਕ ਇਨਫਰਾਸਟ੍ਰਕਚਰ, ਸਿਵਲ ਐਡਮਿਨਿਸਟ੍ਰੇਸ਼ਨ। ਤਾਂ ਆਪਾਂ ਨੂੰ ਪਤਾ ਵੀ ਗੌਰਮੈਂਟ ਬਹੁਤ ਜਗ੍ਹਾ ਤੇ ਕੀ ਆ ਖਰਚ ਕਰਦੀ ਹੈ, ਜਨਤਾ ਦੇ ਲਈ ਖਰਚ ਕਰਦੀ ਹੈ, ਠੀਕ ਹੈ। ਉਹ ਕੀ ਹੈ ਸੋਸ਼ਲ ਐਕਟੀਵਿਟੀਜ਼ ਵੀ ਕਰਦੀ ਆ, ਜਿਵੇਂ ਕਿਸੇ ਨੂੰ ਸਬਸਿਡੀ ਦੇਤੀ, ਪੈਨਸ਼ਨਸ ਦੇਤੀਆਂ, ਠੀਕ ਹੈ, ਸੈਲਰੀਜ਼ ਦੇਤੀਆਂ। ਇਸ ਤੋਂ ਬਿਨਾਂ ਇਕਨੋਮਿਕ ਇਨਫਰਾਸਟ੍ਰਕਚਰ ਮੀਨਸ ਰੋਡਸ ਬਣਾਤੇ, ਬ੍ਰਿਜ ਬਣਾਤੇ, ਠੀਕ ਹੈ। ਇਸ ਤੋਂ ਬਿਨਾਂ ਸਟਰੀਟਸ ਬਣਾਤੀਆਂ। ਤਾਂ ਉਹ ਕੀ ਆ ਆਪਣੀਆਂ ਇਕਨੋਮਿਕ ਇਨਫਰਾਸਟ੍ਰਕਚਰ ਜੋ ਆਪਣਾ ਆਧਾਰ ਸੰਰਚਨਾ ਜਿਹਨੂੰ ਬੋਲਿਆ ਜਾਂਦਾ ਹੈ, ਕਲੀਅਰ। ਇਸ ਤੋਂ ਬਿਨਾਂ ਸਿਵਲ ਐਡਮਿਨਿਸਟ੍ਰੇਸ਼ਨ, ਐਡਮਿਨਿਸਟ੍ਰੇਸ਼ਨ ਦਾ ਮਤਲਬ ਹੁੰਦਾ ਪ੍ਰਸ਼ਾਸਨ, ਜਿਵੇਂ ਕਿ ਆਪਣੀ ਕੰਟਰੀ ਦੇ ਡਿਫੈਂਸ ਦੇ ਲਈ, ਠੀਕ ਹੈ, ਤਾਂ ਜਾਂ ਪੁਲਿਸ ਵਗੈਰਾ, ਠੀਕ ਹੈ, ਉਹਨਾਂ 'ਤੇ ਕੀ ਆ ਸਰਕਾਰ ਦਾ ਬਹੁਤ ਜ਼ਿਆਦਾ ਖਰਚ ਆ ਜਾਂਦਾ, ਠੀਕ ਹੈ। ਤਾਂ ਇਹ ਕੀ ਆ ਫਸਟ ਇੰਸਟਰੂਮੈਂਟ ਆ ਕਿਹਦਾ ਫਿਜ਼ੀਕਲ ਪਾਲਿਸੀ ਦਾ, ਜਿਹਦੇ ਰਾਹੀਂ ਕੀ ਆ ਉਹ ਆਪਣੇ ਦੇਸ਼ ਦੇ ਵਿੱਚ ਜਨਤਾ ਦੇ ਲਈ ਖਰਚਾ ਕਰਦੀ ਹੈ, ਠੀਕ ਹੈ। ਤਾਂ ਕਹਿੰਦੇ ਇਨਕਰੀਜ਼ ਇਨ ਪਬਲਿਕ ਐਕਸਪੈਂਡੀਚਰ ਇਨਕਰੀਜ਼ ਦਾ ਲੈਵਲ ਆਫ ਏਡੀ। ਤਾਂ ਕਹਿੰਦੇ ਜਦੋਂ ਸਰਕਾਰ ਜਨਤਾ ਦੇ ਉੱਤੇ ਖਰਚ ਜ਼ਿਆਦਾ ਕਰਦੀ ਹੈ ਤਾਂ ਉਸ ਜ਼ਿਆਦਾ ਖਰਚ ਕਰਨ ਦੇ ਨਾਲ ਆਪਣੇ ਦੇਸ਼ ਦੇ ਵਿੱਚ, ਆਪਣੀ ਇਕੋਨਮੀ ਦੇ ਵਿੱਚ ਐਗਰੀਗੇਟ ਡਿਮਾਂਡ ਵੱਧ ਜਾਂਦੀ ਹੈ। ਇਸ ਤੋਂ ਉਲਟ ਜਦੋਂ ਪਬਲਿਕ ਐਕਸਪੈਂਡੀਚਰ ਗੌਰਮੈਂਟ ਘੱਟ ਕਰਦੀ ਆ ਤਾਂ ਉਦੋਂ ਕੀ ਆ ਆਪਣੇ ਦੇਸ਼ ਦੇ ਵਿੱਚ ਲੈਵਲ ਆਫ ਐਗਰੀਗੇਟ ਡਿਮਾਂਡ ਕੀ ਆ ਘਟ ਜਾਂਦਾ, ਕਲੀਅਰ। ਇਸ ਤਰ੍ਹਾਂ ਇਸ ਨੂੰ ਯੂਜ਼ ਕਰਕੇ ਆਪਾਂ ਅੱਗੇ ਪੜਾਂਗੇ ਕਿ ਕਿੱਦਾਂ ਉਹ ਆਪਣੇ ਦੇਸ਼ ਦੇ ਵਿੱਚ ਐਕਸੈਸ ਡਿਮਾਂਡ ਤੇ ਡੈਫੀਸ਼ੀਐਂਟ ਡਿਮਾਂਡ ਨੂੰ ਕੰਟਰੋਲ ਕਰਦੀ ਆ, ਕਲੀਅਰ। ਸੋ ਇਸ ਤੋਂ ਅਗਲਾ ਇੰਸਟਰੂਮੈਂਟ ਕੀ ਹੈ ਟੈਕਸੇਸ਼ਨ, ਜਿਹਨੂੰ ਕੀ ਬੋਲਦੇ ਆ ਕਰ ਪ੍ਰਣਾਲੀ। ਤਾਂ ਆਪਾਂ ਨੂੰ ਪਤਾ ਵੀ ਟੈਕਸ ਆਪਣੀ ਜਿਹੜੀ ਗੌਰਮੈਂਟ ਆ ਉਹਦਾ ਮੇਨ ਸੋਰਸ ਆਫ ਰੈਵਨਿਊ ਆ, ਠੀਕ ਹੈ। ਤਾਂ ਕੀ ਹੈ ਟੈਕਸ ਇੱਕ ਕੰਪਲਸਰੀ ਪੇਮੈਂਟ ਆ, ਠੀਕ ਹੈ, ਜਿਹੜੀ ਕਿ ਹਰੇਕ ਵਿਅਕਤੀ ਨੂੰ ਕਰਨੀ ਪੈਂਦੀ ਆ, ਕਿਉਂਕਿ ਗੌਰਮੈਂਟ ਅਕੋਰਡਿੰਗ ਟੂ ਦਾ ਪ੍ਰਸਕ੍ਰਾਈਬਡ ਲਾਜ਼, ਕਿਉਂਕਿ ਆਪਣੇ ਕਾਨੂੰਨ ਦੇ ਦੁਆਰਾ ਜੋ ਪ੍ਰਸਕ੍ਰਾਈਬ ਕੀਤਾ ਜਾਂਦਾ ਵੀ ਤੁਸੀਂ ਇੰਨਾ ਟੈਕਸ ਦੇਣਾ, ਤਾਂ ਉਹ ਹਰੇਕ ਨੂੰ ਕੀ ਆ ਉਹਦਾ ਭੁਗਤਾਨ ਕਰਨਾ ਹੀ ਪੈਂਦਾ। ਇਹ ਆਪਾਂ ਨੂੰ ਜਨਰਲ ਆਪਾਂ ਪੜ੍ਹ ਚੁੱਕੇ ਹਾਂ ਪਿਛਲੇ ਗੌਰਮੈਂਟ ਬਜਟ ਵਾਲੇ ਲੈਸਨ ਦੇ ਵਿੱਚ ਕਿ ਟੈਕਸ ਕੀ ਆ, ਠੀਕ ਹੈ। ਤਾਂ ਦੇਖੋ ਕਹਿੰਦੇ ਇਹ ਇੰਪੋਰਟੈਂਟ ਇੰਸਟਰੂਮੈਂਟ ਆ ਫਿਜ਼ੀਕਲ ਪਾਲਿਸੀ ਦਾ, ਜਿਹਦੇ ਰਾਹੀਂ ਗੌਰਮੈਂਟ ਕੀ ਕਰ ਸਕਦੀ ਆ ਆਪਣੀ ਇਕੋਨਮੀ ਦੇ ਵਿੱਚ ਐਗਰੀਗੇਟ ਡਿਮਾਂਡ ਨੂੰ ਵਧਾ ਜਾਂ ਘਟਾ ਸਕਦੀ ਹੈ, ਮਤਲਬ ਕੰਟਰੋਲ ਕਰ ਸਕਦੀ ਹੈ। ਤਾਂ ਇਸ ਤੋਂ ਅਗਲਾ ਜੋ ਥਰਡ ਇੰਸਟਰੂਮੈਂਟ ਆ ਉਹ ਹੈਗਾ ਪਬਲਿਕ ਡੈਟ। ਪਬਲਿਕ ਡੈਟ ਦਾ ਮਤਲਬ ਹੁੰਦਾ ਜਨਤਕ ਕਰਜ਼ਾ। ਤਾਂ ਦੇਖੋ ਜਨਤਕ ਕਰਜ਼ਾ ਮਤਲਬ ਪਬਲਿਕ ਡੈਟ ਦਾ ਮਤਲਬ ਹੁੰਦਾ ਜਦੋਂ ਗੌਰਮੈਂਟ ਪਬਲਿਕ ਤੋਂ ਕੀ ਆ ਲੋਨ ਲੈਂਦੀ ਹੈ, ਮਤਲਬ ਪੈਸੇ ਲੈਂਦੀ ਹੈ ਐਟ ਦਾ ਰੇਟ ਆਫ ਇੰਟਰਸਟ, ਠੀਕ ਹੈ। ਉਹਨੂੰ ਕੀ ਬੋਲਦੇ ਆ ਪਬਲਿਕ ਡੈਟ, ਜੋ ਪਬਲਿਕ ਤੋਂ ਮਤਲਬ ਜਨਤਾ ਤੋਂ ਲਿਆ ਗਿਆ ਉਧਾਰ ਜਿਹਨੂੰ ਕਹਿੰਦੇ ਆਪਾਂ। ਗੌਰਮੈਂਟ ਕੈਨ ਐਫਰਡ ਪਰਚੇਜ਼ਿੰਗ ਪਾਵਰ ਇਨ ਦਾ ਹੈਂਡਸ ਆਫ ਪੀਪਲ ਥਰੂ ਦਾ ਪਬਲਿਕ ਬੋਰਿੰਗਸ। ਤਾਂ ਦੇਖੋ ਕਹਿੰਦੇ ਗੌਰਮੈਂਟ ਕੀ ਆ ਲੋਕਾਂ ਦੀ ਪਰਚੇਜ਼ਿੰਗ ਪਾਵਰ, ਮਤਲਬ ਕੀ ਆ ਜੋ ਉਹਨਾਂ ਦੀ ਖਰੀਦ ਸ਼ਕਤੀ ਹੈ ਲੋਕਾਂ ਦੀ, ਠੀਕ ਹੈ, ਉਹਨਾਂ ਨੂੰ ਕੀ ਆ ਆਪਣੇ ਕੰਟਰੋਲ ਦੇ ਵਿੱਚ ਲੈ ਸਕਦੀ ਹੈ, ਕਿੱਦਾਂ ਲੋਕਾਂ ਤੋਂ ਪੈਸੇ ਉਧਾਰ ਲੈ ਕੇ, ਠੀਕ ਹੈ। ਕਹਿੰਦੇ ਜਦੋਂ ਗੌਰਮੈਂਟ ਪਬਲਿਕ ਤੋਂ ਲੋਨ ਲੈਂਦੀ ਹੈ, ਠੀਕ ਹੈ, ਵੈਨ ਗੌਰਮੈਂਟ ਟੇਕਸ ਪਬਲਿਕ ਡੈਟ ਦਾ ਪਰਚੇਜ਼ਿੰਗ ਪਾਵਰ ਵਿਦ ਦਾ ਪੀਪਲ ਇਜ਼ ਰਿਡਿਊਸਡ। ਤਾਂ ਲੋਕਾਂ ਦੀ ਕੋਲ ਕੀ ਆ ਦੇਖੋ ਧਿਆਨ ਨਾਲ ਕਿ ਜਦੋਂ ਸਰਕਾਰ ਪਬਲਿਕ ਤੋਂ ਮਤਲਬ ਲੋਕਾਂ ਤੋਂ ਪੈਸਾ ਉਧਾਰ ਲਊਗੀ, ਮਤਲਬ ਪੈਸਾ ਪਬਲਿਕ ਦਾ ਕਿਹਦੇ ਕੋਲ ਚਲਾ ਜਾਊਗਾ ਗੌਰਮੈਂਟ ਕੋਲ, ਤਾਂ ਗੌਰਮੈਂਟ ਕੀ ਹੈ ਪਬਲਿਕ ਕੋਲ ਪੈਸਾ ਘਟ ਜਾਣਾ, ਠੀਕ ਹੈ। ਤਾਂ ਉਹਨਾਂ ਦੀ ਪਰਚੇਜ਼ਿੰਗ ਪਾਵਰ ਵੀ ਕੀ ਹੋ ਜੂਗੀ ਘੱਟ ਹੋ ਜੂਗੀ। ਇਸ ਤਰ੍ਹਾਂ ਕੀ ਆਪਾਂ ਕੀ ਕਹਿ ਸਕਦੇ ਹਾਂ ਵੀ ਆਪਣੀ ਇਕੋਨਮੀ ਦੇ ਵਿੱਚ ਐਗਰੀਗੇਟ ਡਿਮਾਂਡ ਕੀ ਆ ਉਹਦਾ ਲੈਵਲ ਵੀ ਘਟ ਜਾਂਦਾ, ਕਲੀਅਰ। ਇਸ ਤੋਂ ਅੱਗੇ ਦੇਖੋ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਆ, ਉਹ ਕੀ ਆ ਜੋ ਲਾਸਟ ਪੁਆਇੰਟ ਹੈ ਕੀ ਕਹਿੰਦੇ ਆ ਡੈਫਿਸਿਟ ਫਾਈਨਾਂਸਿੰਗ, ਘਾਟੇ ਦੀ ਵਿੱਤ ਵਿਵਸਥਾ ਜਿਹਨੂੰ ਬੋਲਿਆ ਜਾਂਦਾ। ਕਹਿੰਦੇ ਵੈਨ ਪਬਲਿਕ ਐਕਸਪੈਂਡੀਚਰ ਇਜ਼ ਮੋਰ ਦੈਨ ਦਾ ਪਬਲਿਕ ਰੈਵਨਿਊ ਗੌਰਮੈਂਟ ਮੋਬਲਾਈਜ਼ additional money by the printing new notes for meeting the deficit। ਤਾਂ ਦੇਖੋ ਜਦੋਂ ਆਪਾਂ ਦੇਖੀਏ ਵੀ ਆਪਣੀ ਸਰਕਾਰ ਹੈ ਜੋ, ਠੀਕ ਹੈ, ਉਹਦੇ ਪਬਲਿਕ ਐਕਸਪੈਂਡੀਚਰ ਵੱਧ ਜਾਂਦੇ ਆ ਤੇ ਉਹਦੇ ਕੋਲ ਜਿਹੜਾ ਪਬਲਿਕ ਰੈਵਨਿਊ ਘੱਟ ਹੁੰਦਾ, ਮਤਲਬ ਸਰਕਾਰ ਦੀ ਆਮਦਨ ਘੱਟ ਹੁੰਦੀ ਆ ਤੇ ਖਰਚੇ ਕੀ ਹੋ ਜਾਂਦੇ ਆ ਜ਼ਿਆਦਾ ਹੋ ਜਾਂਦੇ ਆ। ਮਤਲਬ ਉਹ ਕਿਹੜੀ ਸਿਚੁਏਸ਼ਨ ਹੁੰਦੀ ਆ ਉਹਨੂੰ ਘਾਟਾ ਪੈ ਜਾਂਦਾ, ਮਤਲਬ ਉਹਨੂੰ ਬੋਲਦੇ ਆ ਡੈਫਿਸਿਟ, ਹੈ ਨਾ। ਜੋ ਡੈਫਿਸਿਟ ਨੂੰ ਕੰਪਲੀਟ ਕਰਨ ਦੇ ਲਈ, ਮਤਲਬ ਜੋ ਵੀ ਘਾਟਾ ਪਿਆ, ਠੀਕ ਹੈ, ਉਹਨੂੰ ਪੂਰਾ ਕਰਨ ਦੇ ਲਈ ਜਦੋਂ ਗੌਰਮੈਂਟ ਕੀ ਆ ਨਵੀਂ ਕਰੰਸੀ ਨੂੰ ਛਾਪਦੀ ਆ ਉਹਨੂੰ ਬੋਲਦੇ ਆ ਡੈਫਿਸਿਟ ਫਾਈਨਾਂਸਿੰਗ, ਠੀਕ ਹੈ। ਦਿਸ ਫਾਈਨੈਂਸ਼ੀਅਲ ਪ੍ਰੋਵੀਜ਼ਨ ਕਵਰਿੰਗ ਦਾ ਡੈਫਿਸਿਟ ਇਜ਼ ਕਾਲਡ ਫਾਈਨੈਂਸ਼ੀਅਲ ਕੀ ਹੈ ਡੈਫਿਸਿਟ ਫਾਈਨਾਂਸਿੰਗ, ਠੀਕ ਹੈ। ਤਾਂ ਦੇਖੋ ਤਾਂ ਦੁਬਾਰਾ ਦੇਖਦੇ ਹਾਂ ਆਪਾਂ ਕਿ ਡੈਫਿਸਿਟ ਫਾਈਨਾਂਸਿੰਗ ਕੀ ਹੁੰਦੀ ਆ ਜਦੋਂ ਸਰਕਾਰ ਦੇ ਖਰਚ ਵੱਧ ਜਾਂਦੇ ਆ ਤੇ ਰੈਵਨਿਊ ਘਟ ਜਾਂਦਾ, ਠੀਕ ਹੈ। ਤਾਂ ਮੰਨ ਲਓ ਕਿਸੇ ਗੌਰਮੈਂਟ ਦੇ ਆਪਾਂ ਕਹਿ ਸਕਦੇ ਹਾਂ ਕਿ ਉਹਦੇ 10 ਕਰੋੜ ਤੱਕ ਕੀ ਆ
ਕੀ ਆ ਐਕਸਪੈਂਡੀਚਰ ਹੋ ਗਏ, ਖਰਚ ਕਰਤਾ, ਪਰ ਉਹਦੀ ਜਿਹੜੀ ਆਮਦਨ ਕਿੰਨੀ ਸੀ 8 ਕਰੋੜ ਦੀ ਸੀ। ਠੀਕ ਹੈ, ਤਾਂ ਉਹਨੂੰ ਕਿੰਨੇ ਕਰੋੜ ਦਾ ਘਾਟਾ ਪਿਆ 2 ਕਰੋੜ ਦਾ। ਹੁਣ ਇਹ ਵਾਲਾ ਘਾਟਾ ਇਹ ਕਿਵੇਂ ਪੂਰਾ ਕਰੂਗੀ? ਬਾਈ ਪ੍ਰਿੰਟਿੰਗ ਨਿਊ ਕਰੰਸੀ। ਠੀਕ ਹੈ, ਤਾਂ 2 ਕਰੋੜ ਦੀ ਕੀ ਹੈ ਨਵੀਂ ਕਰੰਸੀ ਕੀ ਆ ਉਹ ਛਾਪ ਲੂਗੀ ਤੇ ਉਹਨਾਂ ਦਾ ਕੀ ਆ ਘਾਟਾ ਪੂਰਾ ਹੋ ਜਾਊਗਾ। ਉਹਨੂੰ ਕੀ ਬੋਲਦੇ ਆ? ਡੈਫਿਸਿਟ ਫਾਈਨਾਂਸਿੰਗ। ਤੇ ਇਹ ਆਪਣਾ ਕੀ ਸੀਗਾ ਲਾਸਟ ਵਾਲਾ ਮੈਜ਼ਰ ਸੀਗਾ ਫਿਜ਼ੀਕਲ ਪਾਲਿਸੀ ਦਾ। ਇਸ ਤੋਂ ਅੱਗੇ ਆਪਾਂ ਡਿਸਕਸ ਕਰਦੇ ਹਾਂ ਕਿ ਕਿੱਦਾਂ ਆਪਾਂ ਫਿਜ਼ੀਕਲ ਪਾਲਿਸੀ ਦੇ ਇੰਸਟਰੂਮੈਂਟਸ ਨੂੰ ਯੂਜ਼ ਕਰਕੇ ਆਪਣੀ ਇਕੋਨਮੀ ਦੇ ਵਿੱਚ ਜੇ ਡੈਫੀਸ਼ੀਐਂਟ ਡਿਮਾਂਡ ਆ, ਮਤਲਬ ਲੋਕਾਂ ਦੀ ਐਗਰੀਗੇਟ ਡਿਮਾਂਡ ਘੱਟ ਆ ਤੇ ਸਪਲਾਈ ਜ਼ਿਆਦਾ, ਤਾਂ ਉਹਨੂੰ ਆਪਾਂ ਕੀ ਆ ਕੀ ਕਹਿ ਸਕਦੇ ਹਾਂ ਵੀ ਦੂਰ ਕਰ ਸਕਦੇ ਹਾਂ ਜਾਂ ਉਹਦਾ ਸੋਲਿਊਸ਼ਨ ਕਰ ਸਕਦੇ ਹਾਂ। ਠੀਕ ਹੈ, ਤਾਂ ਦੇਖੋ ਫਸਟ ਕੀ ਆ ਡੈਫਿਸਿਟ ਬਜਟਿੰਗ, ਮਤਲਬ ਆਪਾਂ ਡੈਫਿਸਿਟ ਫਾਈਨਾਂਸਿੰਗ ਕਰਾਂਗੇ। ਠੀਕ ਹੈ, ਮਤਲਬ ਗਵਰਨਮੈਂਟ ਦੁਆਰਾ ਨਵੀਂ ਕਰੰਸੀ ਕੀ ਆ ਛਾਪੀ ਜਾਊਗੀ ਜਿਹਦੇ ਨਾਲ ਲੋਕਾਂ ਦੇ ਹੱਥਾਂ ਵਿੱਚ ਪੈਸਾ ਜ਼ਿਆਦਾ ਆ ਜਾਊਗਾ, ਉਹਨਾਂ ਦੀ ਪਰਚੇਜ਼ਿੰਗ ਪਾਵਰ ਵੱਧ ਜੂਗੀ। ਠੀਕ ਹੈ, ਜਦੋਂ ਉਹਨਾਂ ਦੀ ਪਰਚੇਜ਼ਿੰਗ ਪਾਵਰ ਵੱਧ ਗਈ ਤਾਂ ਆਫਕੋਰਸ ਉਹ ਕੀ ਆ ਆਪਣੀ ਇਕੋਨਮੀ ਦੇ ਵਿੱਚ ਡਿਮਾਂਡ ਨੂੰ ਵਧਾਉਣਗੇ, ਤਾਂ ਕਰਕੇ ਜਿਹੜੀ ਇਹ ਘਟੀ ਹੋਈ ਡਿਮਾਂਡ ਆ ਇਹ ਕੀ ਆ ਵੱਧ ਜੂਗੀ। ਇਸ ਤੋਂ ਅੱਗੇ ਕੀ ਆ ਗਵਰਨਮੈਂਟ ਅੱਗੇ ਡਿਕਰੀਜ਼ ਇਨ ਦਾ ਟੈਕਸਸ ਨੂੰ ਕੀ ਆ ਘਟਾ ਦੂਗੀ, ਉਹਦੇ ਨਾਲ ਕੀ ਆ ਲੋਕਾਂ ਦਾ ਟੈਕਸ ਦਾ ਬਰਡਨ ਕੀ ਆ ਉਹ ਰਿਡਿਊਸ ਹੋ ਜਾਊਗਾ। ਉਹ ਰਿਡਿਊਸ ਹੋਣ ਦੇ ਨਾਲ ਉਹਨਾਂ ਦੀ ਪਰਚੇਜ਼ਿੰਗ ਪਾਵਰ ਵੱਧ ਜੂਗੀ। ਜਦੋਂ ਉਹਨਾਂ ਦੀ ਪਰਚੇਜ਼ਿੰਗ ਪਾਵਰ ਵੱਧ ਗਈ ਤਾਂ ਉਹਨਾਂ ਨੇ ਕੀ ਆ ਡਿਮਾਂਡ ਵੀ ਕੀ ਆ ਜ਼ਿਆਦਾ ਕਰਨੀ ਸ਼ੁਰੂ ਕਰ ਦੇਣੀ ਹੈ, ਤਾਂ ਕਰਕੇ ਕੀ ਆ ਜਿਹੜੀ ਘਟੀ ਹੋਈ ਡਿਮਾਂਡ ਕੀ ਆ ਵੱਧ ਜੂਗੀ। ਠੀਕ ਹੈ, ਇਸ ਤੋਂ ਅੱਗੇ ਕੀ ਆ ਇਨਕਰੀਜ਼ ਇਨ ਪਬਲਿਕ ਐਕਸਪੈਂਡੀਚਰ, ਮਤਲਬ ਕੀ ਆ ਜੋ ਲੋਕਾਂ ਤੇ ਖਰਚਾ ਗਵਰਨਮੈਂਟ ਦੁਆਰਾ ਕੀਤਾ ਜਾਂਦਾ ਤਾਂ ਉਹ ਵੱਧ ਤੋਂ ਵੱਧ ਕੀ ਆ ਲੋਕਾਂ ਤੇ ਖਰਚ ਕਰੂਗੀ, ਲੋਕਾਂ ਦੀ ਉਹਦੇ ਨਾਲ ਕੀ ਆ ਹੈਲਪ ਹੋਊਗੀ, ਤਾਂ ਲੋਕ ਕੀ ਆ ਜ਼ਿਆਦਾ ਇਨਵੈਸਟਮੈਂਟ ਕਰਨ ਦੇ ਲਈ ਇਨਕਰੇਜ ਹੋ ਜਾਣਗੇ, ਜਿਹਦੇ ਨਾਲ ਕੀ ਆ ਉਹਨਾਂ ਦੀ ਇਨਵੈਸਟਮੈਂਟ ਦੇ ਨਾਲ ਕੀ ਆ ਉਹਨਾਂ ਨੂੰ ਡਿਮਾਂਡ ਵੀ ਵਧਾਉਣੀ ਪੈਣੀ ਹੈ, ਤਾਂ ਕਰਕੇ ਡੈਫੀਸ਼ੀਐਂਟ ਡਿਮਾਂਡ ਦੀ ਪ੍ਰੋਬਲਮ ਕੀ ਆ ਸੋਲਵ ਹੋ ਜੂਗੀ। ਇਸ ਤੋਂ ਅੱਗੇ ਕੀ ਆ ਰਿਡਕਸ਼ਨ ਇਨ ਦਾ ਪਬਲਿਕ ਬੋਰਿੰਗਸ, ਮਤਲਬ ਕੀ ਆ ਹੁਣ ਆਪਾਂ ਸਮਝ ਸਕਦੇ ਹਾਂ ਕਿ ਲੋਕਾਂ ਤੋਂ ਜਿਹੜੇ ਆਹ ਪਬਲਿਕ ਡੈਟ ਲੈਂਦੀ ਆ ਸਰਕਾਰ ਉਹ ਲੈਣਾ ਘੱਟ ਕਰ ਦੂਗੀ। ਤਾਂ ਜਦੋਂ ਸਰਕਾਰ ਨੂੰ ਘੱਟ ਲੋਨ ਦੀ ਜ਼ਰੂਰਤ ਪਈ, ਮਤਲਬ ਘੱਟ ਲੋਨ ਲਊਗੀ, ਤਾਂ ਲੋਕਾਂ ਕੋਲ ਕੀ ਆ ਜ਼ਿਆਦਾ ਪੈਸਾ ਬਚੂਗਾ। ਠੀਕ ਹੈ, ਕਿਉਂਕਿ ਉਹ ਗਵਰਨਮੈਂਟ ਕੀ ਆ ਲੋਨ ਤੇ ਪੈਸੇ ਨਹੀਂ ਲੈ ਰਹੀ, ਤਾਂ ਮਤਲਬ ਲੋਕਾਂ ਦਾ ਪੈਸਾ ਲੋਕਾਂ ਕੋਲ ਰਹੂਗਾ, ਤਾਂ ਕਰਕੇ ਉਹਨਾਂ ਦੀ ਪਰਚੇਜ਼ਿੰਗ ਪਾਵਰ ਵੀ ਕੀ ਹੋਊਗੀ ਜ਼ਿਆਦਾ ਹੋਊਗੀ। ਇਸ ਤਰ੍ਹਾਂ ਕੀ ਆ ਉਹ ਆਪਣਾ ਐਗਰੀਗੇਟ ਡਿਮਾਂਡ ਨੂੰ ਕੀ ਆ ਵਧਾ ਦੂਗੀ। ਕਲੀਅਰ। ਇਸ ਤੋਂ ਅੱਗੇ ਆਪਾਂ ਡਿਸਕਸ ਕਰਦੇ ਹਾਂ ਕਿ ਫਿਜ਼ੀਕਲ ਪਾਲਿਸੀ ਨੂੰ ਕਿੱਦਾਂ ਯੂਜ਼ ਕੀਤਾ ਜਾਂਦਾ ਜਦੋਂ ਆਪਣੀ ਇਕੋਨਮੀ ਦੇ ਵਿੱਚ ਐਕਸੈਸ ਡਿਮਾਂਡ ਦੀ ਸਿਚੁਏਸ਼ਨ ਹੈ। ਐਕਸੈਸ ਡਿਮਾਂਡ ਦਾ ਮਤਲਬ ਕੀ ਹੁੰਦਾ? ਜਦੋਂ ਆਪਣੀ ਇਕੋਨਮੀ ਦੇ ਵਿੱਚ ਏਡੀ ਬਹੁਤ ਜ਼ਿਆਦਾ ਤੇ ਏਐਸ ਮਤਲਬ ਐਗਰੀਗੇਟ ਸਪਲਾਈ ਕੀ ਆ ਘੱਟ ਆ, ਤਾਂ ਉਹ ਸਿਚੁਏਸ਼ਨ ਦੇ ਵਿੱਚ ਫਸਟ ਕੀ ਆ ਸਰਪਲਸ ਬਜਟਿੰਗ ਨੂੰ ਅਪਣਾਇਆ ਜਾਊਗਾ। ਇਹਦਾ ਮਤਲਬ ਕੀ ਹੁੰਦਾ? ਗਵਰਨਮੈਂਟ ਇਹੋ ਜਿਹਾ ਬਜਟ ਬਣਾਊਗੀ ਜਿਹਦੇ ਵਿੱਚ ਗਵਰਨਮੈਂਟ ਦੇ ਜਿਹੜੇ ਐਕਸਪੈਂਡੀਚਰ ਆ ਉਹ ਗਵਰਨਮੈਂਟ ਦੇ ਜਿਹੜਾ ਰੈਵਨਿਊ ਉਹਦੇ ਨਾਲੋਂ ਨਾ ਵਧਣ। ਠੀਕ ਹੈ, ਤਾਂ ਇਸ ਸਿਚੁਏਸ਼ਨ ਦੇ ਵਿੱਚ ਕੀ ਆ ਜਿਹੜੀ ਡੈਫਿਸਿਟ ਫਾਈਨਾਂਸਿੰਗ ਨਹੀਂ ਕੀਤੀ ਜਾਊਗੀ, ਮਤਲਬ ਨਵੀਂ ਕਰੰਸੀ ਨਹੀਂ ਛਾਪੀ ਜਾਊਗੀ, ਕਿਉਂਕਿ ਆਲਰੇਡੀ ਆਪਾਂ ਕਹਿ ਸਕਦੇ ਹਾਂ ਕਿ ਪਬਲਿਕ ਕੋਲ ਪੈਸਾ ਬਹੁਤ ਜ਼ਿਆਦਾ, ਤਾਂ ਹੋਰ ਨਵੀਂ ਕਰੰਸੀ ਨੂੰ ਕੀ ਆ ਨਹੀਂ ਛਾਪਿਆ ਜਾਊਗਾ। ਤਾਂ ਅੱਗੇ ਦੇਖੋ ਕਹਿੰਦੇ ਇਨਕਰੀਜ਼ ਇਨ ਟੈਕਸਸ, ਆਪਾਂ ਨੂੰ ਪਤਾ ਵੀ ਟੈਕਸਾਂ ਦਾ ਲੋਕਾਂ ਉੱਤੇ ਬਹੁਤ ਜ਼ਿਆਦਾ ਬਰਡਨ ਪੈਂਦਾ, ਤਾਂ ਉਸ ਸਿਚੁਏਸ਼ਨ ਦੇ ਵਿੱਚ ਜਦੋਂ ਆਪਣੀ ਇਕੋਨਮੀ ਦੇ ਵਿੱਚ ਗਵਰਨਮੈਂਟ ਨੂੰ ਲੱਗਿਆ ਕਿ ਐਕਸੈਸ ਡਿਮਾਂਡ ਦੀ ਪ੍ਰੋਬਲਮ ਆ, ਵੀ ਲੋਕਾਂ ਦੀ ਕੀ ਆ ਡਿਮਾਂਡ ਕੀ ਆ ਬਹੁਤ ਜ਼ਿਆਦਾ ਹੋ ਰਹੀ ਆ, ਤਾਂ ਉਸ ਸਿਚੁਏਸ਼ਨ ਦੇ ਵਿੱਚ ਉਹ ਲੋਕਾਂ ਤੇ ਲੱਗਣ ਵਾਲੇ ਟੈਕਸਸ ਦੇ ਰੇਟਸ ਨੂੰ ਕੀ ਆ ਇਨਕਰੀਜ਼ ਕਰ ਦੂਗੀ। ਉਹਦੇ ਨਾਲ ਕੀ ਆ ਉਹਨਾਂ ਦੀ ਇਨਕਮ ਤੇ ਇਫੈਕਟ ਪਊਗਾ, ਉਹਨਾਂ ਦੀ ਜਿਹੜੀ ਖਰਚਣਯੋਗ ਇਨਕਮ ਆ ਉਹ ਕੀ ਆ ਘੱਟ ਜੂਗੀ, ਕਿਉਂਕਿ ਜ਼ਿਆਦਾ ਇਨਕਮ ਕਿੱਧਰ ਚਲੀ ਜਾਣੀ ਹੈ ਟੈਕਸ ਪੇ ਕਰਨ ਦੇ ਵਿੱਚ, ਤਾਂ ਕਰਕੇ ਉਹਨਾਂ ਕੋਲ ਉਹਨਾਂ ਦੀ ਪਰਚੇਜ਼ਿੰਗ ਪਾਵਰ ਕੀ ਆ ਘੱਟ ਜੂਗੀ। ਪਰਚੇਜ਼ਿੰਗ ਪਾਵਰ ਘਟਣ ਦੇ ਨਾਲ ਉਹ ਐਕਸਪੈਂਡੀਚਰ ਵੀ ਘੱਟ ਕਰਨਗੇ, ਜਿਹਦੇ ਨਾਲ ਕੀ ਆ ਉਹਨਾਂ ਦੀ ਐਗਰੀਗੇਟ ਡਿਮਾਂਡ ਕੀ ਆ ਘੱਟ ਜੂਗੀ। ਇਸ ਤੋਂ ਅੱਗੇ ਕੀ ਆ ਜਿਹੜੀ ਜਨਤਕ ਖਰਚ ਦੇ ਵਿੱਚ ਕਮੀ ਕਰ ਦੂਗੀ, ਡਿਕਰੀਜ਼ ਇਨ ਪਬਲਿਕ ਐਕਸਪੈਂਡੀਚਰ, ਜੋ ਸਰਕਾਰ ਲੋਕਾਂ ਦੇ ਲਈ ਕੀ ਆ ਖਰਚ ਕਰਦੀ ਹੈ ਐਕਸਪੈਂਡੀਚਰ ਕਰਦੀ ਹੈ ਉਹਨਾਂ 'ਤੇ। ਠੀਕ ਹੈ, ਉਹਦੇ ਨਾਲ ਕੀ ਆ ਜਨਤਾ ਦੀ ਹੈਲਪ ਹੋ ਜਾਂਦੀ ਹੈ, ਮਤਲਬ ਉਹਨਾਂ ਦੀ ਇਨਕਮ 'ਤੇ ਇਫੈਕਟ ਪੈਂਦਾ। ਸੋ ਜਦੋਂ ਆਪਣੀ ਇਕੋਨਮੀ ਦੇ ਵਿੱਚ ਏਡੀ ਬਹੁਤ ਜ਼ਿਆਦਾ, ਤਾਂ ਉਸ ਸਿਚੁਏਸ਼ਨ ਦੇ ਵਿੱਚ ਜਿਹੜੀ ਗਵਰਨਮੈਂਟ ਉਹ ਪਬਲਿਕ ਐਕਸਪੈਂਡੀਚਰ ਕੀ ਆ ਘਟਾ ਦੂਗੀ, ਜਿਹਦੇ ਨਾਲ ਕੀ ਆ ਲੋਕਾਂ ਦੇ ਹੈਲਪ ਨਹੀਂ ਹੋਊਗੀ, ਮਤਲਬ ਉਹਨਾਂ ਦੀ ਕੀ ਆ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਦੀ ਇਨਕਮ ਦੇ ਉੱਤੇ ਐਡਵਰਸ ਇਫੈਕਟ ਪਊਗਾ, ਜਿਹਦੇ ਨਾਲ ਉਹਨਾਂ ਦੀ ਪਰਚੇਜ਼ਿੰਗ ਪਾਵਰ ਕੀ ਆ ਘੱਟ ਜੂਗੀ। ਠੀਕ ਹੈ, ਜਿਹਦੇ ਨਾਲ ਉਹ ਏਡੀ ਘੱਟ ਕਰਨਗੇ। ਇਸ ਤਰ੍ਹਾਂ ਕੀ ਆ ਇਹ ਆਪਣੇ ਸਾਰੇ ਪੁਆਇੰਟ ਸੀ ਜਿਹਦੇ ਨਾਲ ਕੀ ਆ ਆਪਾਂ ਫਿਜ਼ੀਕਲ ਪਾਲਿਸੀ ਨੂੰ ਯੂਜ਼ ਕਰਕੇ ਆਪਣੀ ਇਕੋਨਮੀ ਦੇ ਵਿੱਚ ਜਿਹੜੀ ਐਕਸੈਸ ਡਿਮਾਂਡ ਆ ਤੇ ਡੈਫੀਸ਼ੀਐਂਟ ਡਿਮਾਂਡ ਆ ਦੋਨੇ ਪ੍ਰੋਬਲਮਸ ਨੂੰ ਕੀ ਆ ਸੋਲਵ ਕਰ ਸਕਦੇ ਆ। ਸੋ ਇਹ ਟੌਪਿਕ ਆਪਣਾ ਇੱਥੇ ਫਿਨਿਸ਼ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।